ਤੁਸੀਂ ਇਸ ਵੇਲੇ ਮੌਕੇ ਦੇ ਹਾਲਾਤਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿੰਨਾ ਗੰਭੀਰ ਹੈਗੀ ਇਹ ਬਿਮਾਰੀ ਇਸ ਵੇਲੇ ਜਾਂ ਕਿਹੜਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ? ਚੰਡੀਗੜ੍ਹ ਦੇ ਵਿੱਚ ਵੀ ਕੇਸ ਵੱਧ ਰਹੇ ਨੇ। ਜਿਸ ਪ੍ਰਪੋਰਸ਼ਨ ਨਾਲ ਵੱਧ ਰਹੇ ਨੇ, ਲਾਕਡਾਊਨ ਲਾਣਾ ਇੱਕ ਮਜਬੂਰੀ ਹੋ ਜਾਂਦੀ ਹੈ ਸਰਕਾਰ ਦੀ। ਕੋਈ ਮਿੱਥ ਹੈਗੀ ਹੈ, ਕਰੋਨਾ ਹੈ ਹੀ ਨਹੀਂ, ਐਵੇਂ ਲੋਕੀ ਬਣਾਈ ਜਾਂਦੇ ਆ, ਬਟ ਇਹ ਹੈਗਾ ਹੈ, ਵਾਇਰਸ ਤਾਂ ਹੈਗਾ। ਤਾਂ ਹੀ ਲੋਕੀ ਤਾਂ ਇਹਨੇ WHO ਪਿੱਛੇ ਲੱਗੀ ਹੋਈ ਹੈ। ਇਹਦੇ ਵੈਕਸੀਨ ਬਣੀ ਹੈ, ਵੈਕਸੀਨ ਲੋਕੀ ਲਵਾ ਨਹੀਂ ਰਹੇ ਨੇ ਪ੍ਰੋਪਰ, ਹਾਲੇ ਲੱਗੀ ਵੀ ਨਹੀਂ ਹੈਗੀ ਸਾਰਿਆਂ ਨੂੰ, ਤੇ ਹਾਲੇ ਵੈਕਸੀਨ ਦੀ ਸ਼ਾਰਟੇਜ ਵੀ ਹੋ ਗਈ ਹੈ, ਆਕਸੀਜਨ ਦੀ ਸ਼ਾਰਟੇਜ ਹੋ ਗਈ ਹੈ। ਗਵਰਨਮੈਂਟ ਹੁਣ ਕੀ ਕਰੇ? ਬੈੱਡ ਭਰੀ ਜਾ ਰਹੇ ਨੇ। ਇੱਕ ਪਾਸੇ ਲਾਕਡਾਊਨ ਦੀਆਂ ਗੱਲਾਂ, ਸਕੂਲ ਬੰਦ, ਕਾਲਜਸ ਬੰਦ, ਇੱਥੋਂ ਤੱਕ ਕਿ ਹੁਣ ਜਿਹੜੇ ਨਵੇਂ ਆਦੇਸ਼ ਨੇ ਉਹਨਾਂ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ ਵੀ ਸਿਨੇਮਾ ਘਰ ਵੀ ਬੰਦ ਰਹਿਣਗੇ, ਹੋਟਲਸ ਵੀ ਬੰਦ ਰਹਿਣਗੇ, ਰੈਸਟੋਰੈਂਟ ਵੀ। ਤਾਂ ਦੂਜੇ ਪਾਸੇ ਰੈਲੀਆਂ ਹੋ ਰਹੀਆਂ ਨੇ, ਤਾਂ ਇਹਨੂੰ ਕਿਵੇਂ ਜਸਟੀਫਾਈ ਕਰੀਏ? ਕਿ ਗਵਰਨਮੈਂਟ ਦੀ ਕਰਨੀ ਤੇ ਕਥਨੀ 'ਚ ਫਰਕ ਹੈ। ਆਪ ਉਹ ਰੈਲੀਆਂ ਕਰਦੀ ਹੈ, ਰੈਲੀਆਂ ਦੇ ਵਿੱਚ ਲੱਖੋਂ ਬੰਦੇ ਆਉਂਦੇ, ਹਜ਼ਾਰੋਂ ਬੰਦੇ ਆਉਂਦੇ ਨੇ, ਕਿਸੇ ਨੇ ਮਾਸਕ ਨਹੀਂ ਪਾਇਆ ਹੁੰਦਾ, ਨਾਲ ਦਾ ਮੱਥੇ ਨਾਲ ਮੱਥਾ ਜੁੜਿਆ ਹੁੰਦਾ ਹੈ। ਇਹ ਜਿਹੜਾ ਡਿਫਰੈਂਸ ਹੈਗਾ ਨਾ, ਇਹ ਚੀਜ਼ ਜਿਹੜੀ ਹੈ ਲੋਕਾਂ ਦੇ ਵਿੱਚ ਇੱਕ ਆਕਰੋਸ਼ ਲੈ ਕੇ ਆ ਰਹੀ ਹੈ। ਲੋਕੀ ਗਵਰਨਮੈਂਟ ਦੇ ਡਿਸੀਜਨ ਨੂੰ ਨਹੀਂ ਮੰਨਦੇ ਹੈ ਜਾਂ ਗਵਰਨਮੈਂਟ ਦੇ ਖਿਲਾਫ ਜਾ ਰਹੇ ਹੈ। ਫਿਰ ਇਹ ਕੁਝ ਹੋਰ ਕਹਿੰਦੇ ਨੇ ਰੈਲੀ ਦੇ ਵਿੱਚ, ਤੇ ਸ਼ਾਮ ਨੂੰ ਜਾ ਕੇ ਕਹਿ ਦਿੰਦੇ ਆ ਕਿ ਤੁਸੀਂ ਸੋਸ਼ਲ ਡਿਸਟੈਂਸ ਮੇਨਟੇਨ ਕਰੋ। ਉਹ ਤਾਂ ਇੱਕ ਪੋਲੀਟਿਕਸ ਹੋ ਗਈ ਨਾ। ਇਹ ਬਿਮਾਰੀ, ਇਹ ਪੋਲੀਟੀਕਲ ਬਿਮਾਰੀ ਨਹੀਂ ਹੈ, ਇਹ ਮੈਡੀਕਲ ਬਿਮਾਰੀ ਹੈਗੀ ਹੈ। ਇੱਥੇ ਮੈਡੀਕਲ ਸਾਇੰਸ ਦੇ ਉੱਤੇ ਪੋਲੀਟੀਕਲ ਸਾਇੰਸ ਹਾਵੀ ਹੋ ਚਲਾਨ ਕਰ ਰਹੀ ਸੀ ਪੁਲਿਸ, ਤੇ ਉਹ ਸਾਫ਼ ਤੌਰ ਤੇ ਕਹਿ ਰਹੀ ਸੀ ਮੈਂ ਤੇ ਆਪਣੇ ਹਸਬੈਂਡ ਦੇ ਨਾਲ ਅਸੀਂ ਕਿਤੇ ਵੀ ਜਾ ਰਹੇ ਹਾਂ ਤਾਂ ਸਾਨੂੰ ਗੱਡੀ ਦੇ ਵਿੱਚ ਮਾਸਕ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਘਰ ਵੀ ਇਕੱਠੇ ਰਹਿ ਰਹੇ ਹਾਂ, ਤਾਂ ਕਿਉਂ ਸਾਨੂੰ ਹੈਰਾਸ ਕੀਤਾ ਜਾ ਰਿਹਾ? ਕਾਨੂੰਨ ਤਾਂ ਲਾਗੂ ਹੋ ਗਿਆ ਨਾ ਕਿ ਜਿਹਨੇ ਕਾਰ 'ਚ ਬਹਿਣਾ ਉਹਨੇ ਮਾਸਕ ਪਾਉਣਾ ਹੈ। ਤੇ ਹੁਣ ਇਹ ਪੁਲਿਸ ਵਾਲੇ ਦੇਖੀ ਜਾਣਗੇ ਇਹ ਮੀਆਂ ਬੀਬੀ ਹੈ ਤਾਂ ਔਖਾ ਹੋ ਜਾਏ। ਜਿਹੜਾ ਬ੍ਰਿਟਿਸ਼ ਵੇਰੀਐਂਟ ਆਇਆ ਨਾ 117, ਇਹ ਜਿਹੜਾ 117 ਆਇਆ ਹੈ, ਇਹਦੇ ਵਿੱਚ ਕੀ ਹੈ ਕਿ ਇਹ ਨਾ ਫੈਲਦਾ ਬਹੁਤ ਜਲਦੀ ਹੈ। ਗਰੀਬ ਤੇ ਅਮੀਰ ਦਾ ਪਾੜਾ ਵੀ ਦੇਖ ਰਿਹਾ ਹੈ ਵਾਇਰਸ, ਜਾਂ ਫਿਰ ਇਹ ਪੋਲੀਟੀਸਾਈਜ਼ ਹੋ ਰਿਹਾ? ਉਹਨੂੰ ਆਕਸੀਮੀਟਰੀ ਪਤਾ ਨਹੀਂ ਲੱਗਦੀ ਕਿ ਉਹਨੇ ਆਕਸੀਮੀਟਰੀ ਵੀ ਲਾਣੀ ਹੈ, ਕਿ ਆਕਸੀਜਨ ਲੈਵਲ ਲੋ ਹੋ ਰਿਹਾ ਹੈ, ਉਹਨੂੰ ਇੰਨੀ ਐਜੂਕੇਸ਼ਨ ਨਹੀਂ ਹੈਗੀ। ਉਹ ਹਸਪੀਟਲ ਜਾਂਦਾ ਹੈ ਤੇ ਉਹ ਲੇਟ ਹੋ ਜਾਂਦਾ। ਕੋਈ ਵੀ ਡਾਕਟਰ ਹੈ ਉਹ ਮਰੀਜ਼ ਦੀ ਮਤਲਬ ਕਿ ਮੰਨਦਾ ਹੈ ਕਿ ਪੈਸੇ ਦੀ ਉਹ ਲੁੱਟ ਖਸੁੱਟ ਕਰ ਸਕਦਾ, ਲੇਕਿਨ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਉਹ ਅੰਗ ਕੱਢ ਲੈਂਦਾ ਹੈ, ਕਿਡਨੀਆਂ ਕੱਢ ਲੈਂਦਾ ਹੈ, ਕੁਝ ਕੱਢ ਲੈਂਦਾ ਹੈ, ਐਸੇ ਕੰਮ ਉਹ ਨਹੀਂ ਕਰੇਗਾ। ਕਿ ਪ੍ਰਾਈਵੇਟ ਜਿਹੜੇ ਹਸਪੀਟਲਸ ਨੇ ਅੱਜ ਦੀ ਡੇਟ ਦੇ ਵਿੱਚ ਦੇਖੋ ਟ੍ਰੀਟਮੈਂਟ ਤੇ ਕੋਈ ਹੈ ਨਹੀਂ, ਗਲੂਕੋਜ਼ ਲਗਾਉਂਦੇ ਨੇ, ਇੰਜੈਕਸ਼ਨਸ ਫਿਕਸ ਨੇ, ਠੀਕ ਹੈ, ਤੇ ਬਿੱਲ ਲੱਖਾਂ ਦਾ ਬਣ ਜਾਂਦਾ। ਕਿ ਤੁਹਾਨੂੰ ਅਗਰ ਵੈਕਸੀਨ ਲੱਗ ਗਈ ਹੈ, ਅਗਰ ਤੁਸੀਂ ਦੋਨੋਂ ਕੋਰਸ ਤੁਸੀਂ ਵੈਕਸੀਨ ਦੇ ਕਰ ਲਏ ਹੈ, ਤੁਸੀਂ ਇਹ ਕਹੋ ਨਾ ਕਿ ਮੈਨੂੰ ਕਰੋਨਾ ਨਹੀਂ ਹੋਏਗਾ, ਇਹ ਵੀ ਗਲਤ ਹੈ। ਉਹ ਜਿਹੜੇ ਕਾਰਨ ਨੇ ਪੋਜ਼ਿਟਿਵ ਹੋਣ ਦੇ, ਉਹਦੇ ਵਿੱਚ ਇਹ ਹੈ ਕਿ ਜਿਹੜੀ ਉਹਦੇ ਪੋਜ਼ਿਟਿਵ ਹੋਣ ਤੋਂ ਬਾਅਦ ਜਿਹੜੀ ਉਹਦੇ ਵਿੱਚ ਜਿਹੜੀ ਨੁਕਸਾਨ ਹੋਣ ਦੀ ਸ਼ਮਤਾ ਹੈ ਬਾਡੀ ਦੇ ਵਿੱਚ, ਉਹ ਘਟਦੀ ਹੈ। ਕਰੋਨਾ ਠੀਕ ਹੋਣ ਤੋਂ ਬਾਅਦ ਵੀ ਸਾਡੇ ਲੰਗਸ ਦੇ ਵਿੱਚ ਇਹਦਾ ਅਸਰ ਰਹਿ ਜਾਂਦਾ ਹੈ। ਆਪਣਾ ਖਾਣ ਪੀਣ ਠੀਕ ਕਰਕੇ, ਡਾਈਟ ਠੀਕ ਕਰਕੇ, ਐਕਸਰਸਾਈਜ਼ ਕਰਕੇ, ਚੰਗੇ ਪਿਆ ਸੋ ਕੇ, ਹਾਈਜੀਨ ਲੈਵਲ ਬਣਾ ਕੇ, ਜਿਹੜੀ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਉਹਨੂੰ ਮੰਨ ਕੇ, ਤੇ ਆਪਾਂ ਉਸ ਹਿਸਾਬ ਨਾਲ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪਿਛਲੇ ਕੁਝ ਦਿਨਾਂ ਤੋਂ ਕਰੋਨਾ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਹੈਗਾ। ਲਗਾਤਾਰ ਕਰੋਨਾ ਵੱਧਦਾ ਜਾ ਰਿਹਾ। ਸਰਕਾਰ ਹਦਾਇਤਾਂ ਵਰਤਣ ਦੇ ਲਈ ਕਹਿ ਰਹੀ ਹੈ, ਨਾਲ ਦੀ ਨਾਲ ਕਈ ਥਾਵਾਂ ਤੇ ਜਿੱਥੇ ਹਾਲਾਤ ਗੰਭੀਰ ਬਣ ਰਹੇ ਨੇ ਉੱਥੇ ਸਿੱਧੇ ਤੌਰ ਤੇ ਲਾਕਡਾਊਨ ਵੀ ਲਗਾਉਣਾ ਪੈ ਰਿਹਾ। ਕਈ ਥਾਵਾਂ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਵੀਕਐਂਡ ਲਾਕਡਾਊਨ ਜਿਹੜਾ ਲਗਾ ਦਿੱਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਵੀ ਸਰਕਾਰ ਜਿਹੜੀ ਹੈ ਸਖਤੀ ਵਰਤ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਕਰੋਨਾ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ। ਤੇ ਅਸੀਂ ਅੱਜ ਜ਼ਿਆਦਾ ਗੱਲਬਾਤ ਦੇ ਲਈ ਡਾਕਟਰ ਸੰਤੋਖ ਸਿੰਘ ਕੋਲ ਪਹੁੰਚੇ ਹਾਂ। ਆਪਣੇ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ, ਪਰ ਨਾਲ ਦੇ ਨਾਲ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਸਰ, ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਹੁਣ ਕਰੋਨਾ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ, ਸਭ ਤੋਂ ਪਹਿਲਾਂ ਇੱਕ ਵੱਡੀ ਚੀਜ਼ ਇਹ ਹੈ ਕਿ ਲਾਕਡਾਊਨ ਲਗਾਇਆ ਜਾ ਰਿਹਾ ਸਰਕਾਰ ਦੇ ਵੱਲੋਂ ਵੀ। ਤੁਸੀਂ ਇਸ ਵੇਲੇ ਮੌਕੇ ਦੇ ਹਾਲਾਤਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿੰਨਾ ਗੰਭੀਰ ਹੈਗੀ ਇਹ ਬਿਮਾਰੀ ਇਸ ਵੇਲੇ, ਜਾਂ ਕਿਹੜਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ? ਦੇਖੋ, ਜਿਸ ਤਰ੍ਹਾਂ ਕੇਸਿਸ ਵੱਧ ਰਹੇ ਨੇ, ਮਤਲਬ 1,60,000 ਦੇ ਕਰੀਬ ਕੇਸ ਇੰਡੀਆ 'ਚ ਆਏ ਸੀਗੇ, ਤੇ ਚੰਡੀਗੜ੍ਹ ਦੇ ਵਿੱਚ ਵੀ ਕੇਸ ਵੱਧ ਰਹੇ ਨੇ। ਜਿਸ ਪ੍ਰਪੋਰਸ਼ਨ ਨਾਲ ਵੱਧ ਰਹੇ ਨੇ, ਲਾਕਡਾਊਨ ਲਾਣਾ ਇੱਕ ਮਜਬੂਰੀ ਹੋ ਜਾਂਦੀ ਹੈ ਸਰਕਾਰ ਦੀ, ਕਿਉਂਕਿ ਲੋਕੀ ਆਪਾਂ ਸਾਰੇ ਜਣੇ ਹੈਗੇ ਜਿਹੜੇ ਆਪਾਂ ਇੰਨੀ ਪਰਵਾਹ ਨਹੀਂ ਕਰਦੇ ਹੈ ਕਿ ਥੋੜਾ ਅਲਗਾ ਨਹੀਂ ਕਰ ਲੈਂਦੇ ਹੈ, ਹੈ ਨਾ, ਮਤਲਬ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕਰਦੇ ਹੈ, ਮਤਲਬ ਧਿਆਨ ਰੱਖਣਾ ਘੱਟ ਜਾਂਦੇ ਹੈ, ਕਿਉਂਕਿ ਆਪਣਾ ਆਦਤ ਪੈ ਗਈ, ਸਾਨੂੰ ਆਦਤ ਪੈ ਚੁੱਕੀ ਹੈ, ਤੇ ਕਿ ਅਸੀਂ ਮਤਲਬ ਕਿ ਯੂਜ਼ ਟੂ ਹੋ ਗਏ ਹਾਂ। ਆਪਾਂ ਸਮਝਦੇ ਹਾਂ ਕਿ ਇਹ ਕਰੋਨਾ ਤਾਂ ਸਭ ਨੂੰ ਹੈਗਾ ਹੀ ਹੈ, ਕੋਈ ਚੱਕਰ ਹੀ ਨਹੀਂ ਹੈ, ਕੋਈ ਮਿੱਥ ਹੈਗੀ ਹੈ, ਕਰੋਨਾ ਹੈ ਹੀ ਨਹੀਂ, ਐਵੇਂ ਲੋਕੀ ਬਣਾਈ ਜਾਂਦੇ ਆ, ਬਟ ਇਹ ਹੈਗਾ ਹੈ, ਵਾਇਰਸ ਤਾਂ ਹੈਗਾ। ਤਾਂ ਹੀ ਲੋਕੀ ਤਾਂ ਇਹਨੇ WHO ਪਿੱਛੇ ਲੱਗੀ ਹੋਈ ਹੈ ਇਹਦੇ
ਕੀ ਇਹ ਹੈ ਕੀ ਚੀਜ਼ ਹੈਗੀ ਇਹਨੂੰ ਕਿਵੇਂ ਆਪਾਂ ਵੈਕਸੀਨ ਲਾਣੀ ਹੈ। ਵੈਕਸੀਨ ਦੇ ਕਈ ਤਰੀਕੇ ਹੈਗੇ ਆ ਤੇ ਇਹ ਲੋਕਡਾਊਨ ਲਾਣਾ ਸਰਕਾਰਾਂ ਦੀਆਂ ਮੇਰੇ ਹਿਸਾਬ ਦੇ ਨਾਲ ਮਜਬੂਰੀਆਂ ਹੁੰਦੀਆਂ ਨੇ, ਕਿਉਂਕਿ ਸਰਕਾਰ ਨੂੰ ਵੀ ਤਾਂ ਲੋਕਡਾਊਨ ਲਾ ਕੇ ਉਸ ਤੋਂ ਬਾਅਦ ਜਿਹੜਾ ਉਹਨੂੰ ਰੈਵਨਿਊ ਨੁਕਸਾਨ ਹੁੰਦਾ ਹੈ, ਗਵਰਨਮੈਂਟ ਨੂੰ ਕੀ ਫਾਇਦਾ ਹੋਏਗਾ। ਗਵਰਨਮੈਂਟ ਸਾਡੇ ਲਈ ਹੈ, ਸਾਡੀ ਸਿਹਤ ਲਈ ਹੈਗੀ ਹੈ, ਸਾਨੂੰ ਸਮਝਣਾ ਪਏਗਾ। ਇਹਦਾ ਇੱਕ ਪਹਿਲੂ ਇਹ ਹੈ। ਦੂਜਾ ਪਹਿਲੂ ਇਹ ਹੈ, ਅਸੀਂ ਕਹਿੰਦੇ ਹਾਂ ਕਿ ਗਵਰਨਮੈਂਟ ਐਂ ਕਰ ਦਿੰਦੀ ਹੈ, ਰਾਤੀ ਲਾਤਾ ਸਵੇਰੇ ਨਹੀਂ ਲਾਇਆ, ਰਾਤੀ ਕਰੋਨਾ ਆਉਂਦਾ ਸਵੇਰੇ ਨਹੀਂ ਆਉਂਦਾ। ਇੱਥੇ ਆਪਾਂ ਇਹ ਕਹਾਂਗੇ ਕਿ ਜਿਹੜੀ ਰਾਤ ਨੂੰ ਆਵਾਜਾਈ ਜਿੰਨੀ ਆਪਾਂ ਰੋਕ ਸਕਦੇ ਹਾਂ, ਲੋਕੀ ਜਿਹੜੀ ਇੰਟਰ ਸਟੇਟ ਜਿਹੜੀ ਆਪਾਂ ਜਿਹੜੇ ਲੋਕੀ ਜਾਂਦੇ ਨੇ ਇੱਥੋਂ ਦਿੱਲੀ ਤੋਂ ਇੰਡੀਆ ਚੰਡੀਗੜ੍ਹ ਆਉਂਦੇ ਨੇ, ਉਹਨੂੰ ਰੋਕਣ ਵਾਸਤੇ ਮੇਰੇ ਹਿਸਾਬ ਦੇ ਨਾਲ ਰਾਤ ਦਾ ਜਿਹੜਾ ਕਰਫਿਊ ਹੈ ਗਵਰਨਮੈਂਟ ਮੇਰੇ ਹਿਸਾਬ ਨਾਲ ਲਾਉਂਦੀ ਹੈ, ਕਿਉਂਕਿ ਰਾਤ ਨੂੰ ਕਰੋਨਾ ਨਹੀਂ ਆਉਂਦਾ ਤੇ ਮਤਲਬ ਕਿ ਇਹ ਚੀਜ਼ ਨਹੀਂ ਹੈਗੀ। ਲੇਕਿਨ ਆਪਾਂ ਨੂੰ ਗਵਰਨਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਹੈ। ਗਵਰਨਮੈਂਟ ਦੇ ਜਿਹੜੇ ਵੀ ਡਿਸੀਜਨ ਹੈਗੇ ਨੇ ਇਸ ਟਾਈਮ, ਉਹ ਗਵਰਨਮੈਂਟ ਵੀ ਫਸੀ ਹੋਈ ਹੈ ਆਪਣੇ ਥਾਂ ਤੇ। ਉਹਨਾਂ ਕੋਲ ਵੀ ਕੋਈ ਦੇਖੋ ਟ੍ਰੀਟਮੈਂਟ ਤਾਂ ਕੋਈ ਹੈ ਹੀ ਨਹੀਂ ਇਹਦੀ ਪ੍ਰੋਪਰ। ਵੈਕਸੀਨ ਬਣੀ ਹੈ, ਵੈਕਸੀਨ ਲੋਕੀ ਲਵਾ ਨਹੀਂ ਰਹੇ ਨੇ ਪ੍ਰੋਪਰ, ਹਾਲੇ ਲੱਗੀ ਵੀ ਨਹੀਂ ਹੈਗੀ ਸਾਰਿਆਂ ਨੂੰ, ਤੇ ਹਾਲੇ ਵੈਕਸੀਨ ਦੀ ਸ਼ਾਰਟੇਜ ਵੀ ਹੋ ਗਈ ਹੈ, ਆਕਸੀਜਨ ਦੀ ਸ਼ਾਰਟੇਜ ਹੋ ਗਈ ਹੈ। ਗਵਰਨਮੈਂਟ ਹੁਣ ਕੀ ਕਰੇ? ਬੈੱਡ ਭਰੀ ਜਾ ਰਹੇ ਨੇ, ਹੁਣ ਪੇਸ਼ੈਂਟ ਵਧੀ ਜਾ ਰਹੇ ਨੇ, ਟੈਸਟਿੰਗ ਵਧੇਗੀ, ਪੇਸ਼ੈਂਟ ਵਧਣਗੇ, ਬੈੱਡ ਭਰੀ ਜਾ ਰਹੇ ਤੇ ਗਵਰਨਮੈਂਟ ਲੋਕਡਾਊਨ ਨਹੀਂ ਲਾਏਗੀ ਤਾਂ ਹੋਰ ਕੀ ਕਰ ਸਕਦੀ ਹੈ। ਜੇ ਅਸੀਂ ਮੌਕੇ ਦੇ ਹਾਲਾਤਾਂ ਨੂੰ ਸਮਝਣਾ ਹੋਵੇ, ਬਹੁਤ ਸਾਰੀਆਂ ਇਦਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਾਂ ਆਡੀਓ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਵੱਡੇ ਪੱਧਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਰਕਾਰ ਤੇ, ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਲੋਕਡਾਊਨ ਲਗਾਉਣਾ ਮਜਬੂਰੀ ਹੈ ਸਾਡੀ, ਬੱਚਿਆਂ ਦੇ ਸਕੂਲ ਬੰਦ ਕਰਵਾ ਦਿੱਤੇ ਗਏ, ਪਰ ਦੂਜੇ ਪਾਸੇ ਵੱਡੀਆਂ ਰੈਲੀਆਂ ਵੀ ਹੋ ਰਹੀਆਂ ਨੇ। ਇਸ ਕਰਕੇ ਲੋਕ ਵੱਡੇ ਪੱਧਰ ਤੇ ਸਰਕਾਰ ਤੇ ਭਰੋਸਾ ਨਹੀਂ ਬਣਾ ਪਾ ਰਹੇ। ਇਹ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਇੱਕ ਪਾਸੇ ਲੋਕਡਾਊਨ ਦੀਆਂ ਗੱਲਾਂ, ਸਕੂਲ ਬੰਦ, ਕਾਲਜਸ ਬੰਦ, ਇੱਥੋਂ ਤੱਕ ਕਿ ਹੁਣ ਜਿਹੜੇ ਨਵੇਂ ਆਦੇਸ਼ ਨੇ ਉਹਨਾਂ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ ਵੀ ਸਿਨੇਮਾ ਘਰ ਵੀ ਬੰਦ ਰਹਿਣਗੇ, ਹੋਟਲਸ ਵੀ ਬੰਦ ਰਹਿਣਗੇ, ਰੈਸਟੋਰੈਂਟ ਵੀ, ਤਾਂ ਦੂਜੇ ਪਾਸੇ ਰੈਲੀਆਂ ਹੋ ਰਹੀਆਂ ਨੇ, ਤਾਂ ਇਹਨੂੰ ਕਿਵੇਂ ਜਸਟੀਫਾਈ ਕਰੀਏ? ਦੇਖੋ, ਲੋਕਾਂ ਵਿੱਚ ਰੋਸ਼ ਤਾਂ ਹੀ ਪੈਦਾ ਹੋ ਰਿਹਾ ਹੈ ਕਿ ਗਵਰਨਮੈਂਟ ਦੀ ਕਰਨੀ ਤੇ ਕਥਨੀ 'ਚ ਫਰਕ ਹੈ। ਆਪ ਉਹ ਰੈਲੀਆਂ ਕਰਦੀ ਹੈ, ਰੈਲੀਆਂ ਦੇ ਵਿੱਚ ਲੱਖੋਂ ਬੰਦੇ ਆਉਂਦੇ, ਹਜ਼ਾਰੋਂ ਬੰਦੇ ਆਉਂਦੇ ਨੇ, ਕਿਸੇ ਨੇ ਮਾਸਕ ਨਹੀਂ ਪਾਇਆ ਹੁੰਦਾ, ਨਾਲ ਦਾ ਮੱਥੇ ਨਾਲ ਮੱਥਾ ਜੁੜਿਆ ਹੁੰਦਾ ਹੈ, ਠੀਕ ਹੈ। ਹੁਣ ਇੱਕ ਰੈਸਟੋਰੈਂਟ ਦੇ ਵਿੱਚ ਕਿੰਨੇ ਬੰਦੇ ਆਉਂਦੇ ਨੇ? ਮੇਰੇ ਹਿਸਾਬ ਨਾਲ 25-30 ਬੰਦੇ ਹੁੰਦੇ ਨੇ, ਤੁਸੀਂ ਉਹ ਬੰਦ ਕਰ ਦਿੰਦੇ ਹੋ। ਤੇ ਤੁਸੀਂ ਸਕੂਲਸ ਜਿਹੜੇ ਬੰਦ ਕੀਤੇ ਹੋਏ ਨੇ, ਬੱਚਿਆਂ ਨੂੰ ਸਕੂਲ ਬੰਦ ਕਰਤੇ ਨੇ, ਤੇ ਰੈਲੀਜ਼ ਇੰਨੀਆਂ ਓਪਨ ਨੇ। ਅਸੀਂ ਆਪਣੇ ਪੋਲੀਟੀਕਲ ਫੰਕਸ਼ਨ ਜਿਹੜੇ ਕਰਦੇ ਨੇ ਉੱਥੇ ਆਪਾਂ ਪ੍ਰੋਟੋਕੋਲ ਫੋਲੋ ਨਹੀਂ ਕਰਦੇ। ਇਹ ਜਿਹੜਾ ਡਿਫਰੈਂਸ ਹੈਗਾ ਨਾ, ਇਹ ਚੀਜ਼ ਜਿਹੜੀ ਹੈ ਲੋਕਾਂ ਦੇ ਵਿੱਚ ਇੱਕ ਆਕਰੋਸ਼ ਲੈ ਕੇ ਆ ਰਹੀ ਹੈ। ਲੋਕੀ ਗਵਰਨਮੈਂਟ ਦੇ ਡਿਸੀਜਨ ਨੂੰ ਨਹੀਂ ਮੰਨਦੇ ਹੈ ਜਾਂ ਗਵਰਨਮੈਂਟ ਦੇ ਖਿਲਾਫ ਜਾ ਰਹੇ ਹੈ। ਉਹ ਕਹਿੰਦੇ ਹੈ ਕਿ ਇਹ ਗਵਰਨਮੈਂਟ ਕੁਛ ਕਰਦੀ ਪਈ ਹੈ ਤੇ ਕਰਦੀ ਕੁਛ ਹੈ, ਤੇ ਉਹ ਚੀਜ਼ ਤਾਂ ਜਾਇਜ਼ ਹੈ। ਜਿਹੜੀ ਗਲਤ ਚੀਜ਼ ਹੈਗੀ ਹੈ ਗਵਰਨਮੈਂਟ ਦੀ, ਉਹ ਗਲਤ ਹੈ। ਉਹ ਤਾਂ ਹੁਣ ਮੈਂ ਕੀ ਕਰਾਂ, ਤੁਹਾਨੂੰ ਕੀ ਦੱਸਾਂ ਤੁਹਾਨੂੰ ਮੈਂ, ਕਿ ਸਵੇਰੇ ਕੁਛ ਹੋਰ ਕਹਿੰਦੇ ਨੇ ਰੈਲੀ ਦੇ ਵਿੱਚ ਤੇ ਸ਼ਾਮ ਨੂੰ ਜਾ ਕੇ ਕਹਿ ਦਿੰਦੇ ਆ ਕਿ ਤੁਸੀਂ ਸੋਸ਼ਲ ਡਿਸਟੈਂਸ ਮੇਨਟੇਨ ਕਰੋ। ਸੇਮ ਮਿਨਿਸਟਰ ਸਵੇਰੇ ਰੈਲੀ ਕਰਦੇ ਆ, ਸ਼ਾਮੀ ਐਂ ਕਹਿ ਦਿੰਦੇ ਆ। ਉਹ ਕਿਸ ਤਰ੍ਹਾਂ ਜਸਟੀਫਾਈ ਕਰੀਏ ਅਸੀਂ, ਹੈ ਨਾ? ਉਹ ਤਾਂ ਇੱਕ ਪੋਲੀਟਿਕਸ ਹੋ ਗਈ ਨਾ। ਇਹ ਬਿਮਾਰੀ, ਇਹ ਪੋਲੀਟੀਕਲ ਬਿਮਾਰੀ ਨਹੀਂ ਹੈ, ਇਹ ਮੈਡੀਕਲ ਬਿਮਾਰੀ ਹੈਗੀ ਹੈ। ਇੱਥੇ ਮੈਡੀਕਲ ਸਾਇੰਸ ਦੇ ਉੱਤੇ ਪੋਲੀਟੀਕਲ ਸਾਇੰਸ ਹਾਵੀ ਹੋ ਰਹੀ ਹੈ ਮੇਰੇ ਹਿਸਾਬ ਨਾਲ। ਕਿਤੇ ਨਾ ਕਿਤੇ ਆਪਾਂ ਮੰਨ ਲਈ ਕਿ ਸਰਕਾਰ ਨੂੰ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ, ਪਰ ਸਿਆਸਤ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਹਾਂ, ਬਿਲਕੁਲ ਸਿਆਸਤ ਜਿਹੜੀ ਹੈਗੀ ਹੈ ਉਹ ਮੈਡੀਕਲ ਸਾਇੰਸ 'ਤੇ ਭਾਰੀ ਪੈ ਰਹੀ ਹੈ, ਕਿ ਸਿਆਸਤ ਨੇ ਆਪਣਾ ਦੇਖਣਾ ਹੈ, ਰੈਵਨਿਊ ਦੇਖਣਾ ਹੈ, ਤੇ ਜਿਹੜੀ ਮੈਡੀਕਲ ਸਾਇੰਸ ਨੇ ਦੇਖਣਾ ਹੈ ਬੰਦੇ ਦੀ ਲਾਈਫ ਨੂੰ ਦੇਖਣਾ ਹੈ, ਬੰਦੇ ਦੀ ਜ਼ਿੰਦਗੀ ਨੂੰ ਦੇਖਣਾ ਹੈ, ਬੰਦੇ ਦੀ ਬਿਮਾਰੀ ਨੂੰ ਦੇਖਣਾ ਹੈ। ਹਸਪੀਟਲ ਦੇ ਵਿੱਚ ਇੰਨੇ ਬੈੱਡ ਨਹੀਂ ਹੈਗੇ, ਉਹਨੂੰ ਦੇਖਣਾ ਹੈ। ਤੇ ਹੁਣ ਜਿਹੜੀ ਗਵਰਨਮੈਂਟ ਹੈਗੀ ਹੈ ਉਹਨਾਂ ਨੇ ਸਭ ਕੁਝ ਦੇਖਣਾ ਹੁੰਦਾ ਆਪਣੇ ਹਿਸਾਬ ਦੇ ਨਾਲ, ਤੇ ਇਹ ਹਾਵੀ ਹੈ। ਤੇ ਮੈਡੀਕਲ ਸਾਇੰਸ ਦੇ ਉੱਤੇ ਜਿਹੜਾ ਹੈਗਾ ਨਾ, ਜਿਹੜੇ ਸਿਆਸਤ ਵਾਲੀ ਸਾਇੰਸ ਹੈਗੀ ਹੈ, ਇਹ ਇਹਨੂੰ ਡਾਇਰੈਕਟ ਕਰ ਰਹੀ ਹੈ। ਪਾਇਲਟ ਜਿਹੜਾ ਹੈਗਾ ਨਾ, ਉਹ ਪੋਲੀਟੀਕਲ ਸਾਇੰਸ ਹੈ, ਸਿਆਸਤ ਹੈ। ਲੇਕਿਨ ਜਿਹੜਾ ਪਿੱਛੇ ਸਵਾਰੀ ਬੈਠੀ ਹੈ ਉਹ ਡਾਕਟਰ ਹੈ। ਮੇਰੇ ਹਿਸਾਬ ਨਾਲ ਜਿਹੜੀ ਇਹ ਡਰਾਈਵਰ ਹੋਣਾ ਚਾਹੀਦਾ, ਉਹ ਡਾਕਟਰ ਹੋਣਾ ਚਾਹੀਦਾ। ਉਹ ਦੱਸੇ ਕਿ ਕਿਸ ਤਰ੍ਹਾਂ ਕਰਨਾ ਹੈ, ਆਪਾਂ ਕਿਸ ਤਰ੍ਹਾਂ ਚੱਲਣਾ ਹੈ, ਕਿਸ ਤਰ੍ਹਾਂ ਲਾਕਡਾਊਨ ਹੋਏਗਾ, ਕੀ ਹੋਏਗਾ, ਕਿਸ ਤਰ੍ਹਾਂ ਬਹਿਣਾ ਹੈ। ਲੇਕਿਨ ਇਹ ਉਲਟਾ ਹੋ ਰਿਹਾ ਹੈ, ਤੇ ਇਹ ਥੋੜ੍ਹੀ ਜਿਹੀ ਇਹ ਤਾਂ ਮਤਲਬ ਕਿ ਕਮੀ ਹੈਗੀ ਹੈ ਆਪਣੇ ਇੱਥੇ। ਜਿੱਦਾਂ ਆਪਾਂ ਆਡੀਓ ਦੀ ਗੱਲ ਕੀਤੀ, ਕੁਝ ਵੀਡੀਓ ਵੀ ਵਾਇਰਲ ਹੋ ਰਹੇ ਨੇ। ਪਿਛਲੇ ਦਿਨ ਤੁਹਾਡੇ ਧਿਆਨ ਦੇ ਵਿੱਚ ਵੀ ਆਇਆ ਹੋਣਾ ਇੱਕ ਵੀਡੀਓ ਕਿ ਇੱਕ ਦਿੱਲੀ ਦੀ ਲੇਡੀ ਨੂੰ ਚਲਾਨ ਕਰ ਰਹੀ ਸੀ ਪੁਲਿਸ, ਤੇ ਉਹ ਸਾਫ਼ ਤੌਰ ਤੇ ਕਹਿ ਰਹੀ ਸੀ ਮੈਂ ਤੇ ਆਪਣੇ ਹਸਬੈਂਡ ਦੇ ਨਾਲ ਅਸੀਂ ਕਿਤੇ ਵੀ ਜਾ ਰਹੇ ਹਾਂ ਤਾਂ ਸਾਨੂੰ ਗੱਡੀ ਦੇ ਵਿੱਚ ਮਾਸਕ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਘਰ ਵੀ ਇਕੱਠੇ ਰਹਿ ਰਹੇ ਹਾਂ, ਤਾਂ ਕਿਉਂ ਸਾਨੂੰ ਹੈਰਾਸ ਕੀਤਾ ਜਾ ਰਿਹਾ, ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਜਦੋਂ ਇਦਾਂ ਦੀਆਂ ਸਿਚੁਏਸ਼ਨਸ ਬਣਦੀਆਂ ਨੇ ਜਾਂ ਇਦਾਂ ਦੇ ਹਾਲਾਤ ਬਣਦੇ ਨੇ, ਤੁਸੀਂ ਡਾਕਟਰ ਹੋ, ਆਪਣੇ ਪੇਸ਼ੇ ਵਜੋਂ ਕੀ ਕੇਸ ਨਜ਼ਰੀਏ ਨਾਲ ਇਦਾਂ ਦੀਆਂ ਵੀਡੀਓਜ਼ ਨੂੰ ਦੇਖਦੇ ਹੋ ਤਾਂ ਕੀ ਸੁਝਾਅ ਦੇਣਾ ਚਾਹੋ? ਦੇਖੋ, ਅਗਰ ਆਪਾਂ ਕਾਮਨ ਗੱਲ ਕਰੀਏ ਕਿ ਇੱਕ ਹਸਬੈਂਡ ਵਾਈਫ ਬੱਚੇ ਘਰ ਇਕੱਠੇ ਰਹਿੰਦੇ ਆ, ਉਹ ਕਾਰ 'ਚ ਬਹਿੰਦੇ ਹੈ ਤੇ ਉਹਨਾਂ ਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈ, ਇਹ ਤਾਂ ਕਾਮਨ ਸੈਂਸ ਦੀ ਗੱਲ ਹੈਗੀ ਹੈ। ਬਟ ਅਗਰ ਦੂਸਰਾ ਪਹਿਲੂ ਵੀ ਦੇਖੀਏ, ਅਸੀਂ ਇਹ ਦੇਖੀਏ ਕਿ ਸਾਨੂੰ ਕੀ ਪਤਾ ਕਿ ਜਿਹੜਾ ਕਾਰ ਦੇ ਵਿੱਚ ਦੋ ਬੰਦੇ ਬੈਠੇ ਹੈ ਉਹ ਮੀਆਂ ਬੀਬੀ ਹੈ ਕਿ ਦੋ ਦੋਸਤ ਹੈ ਕਿ ਡਿਫਰੈਂਟ ਫੈਮਿਲੀ ਤੋਂ ਆਏ ਹੈ, ਪੁਲਿਸ ਕਿਸ ਤਰ੍ਹਾਂ ਦੇਖੇਗੀ ਨਾ। ਤੇ ਉਸ ਕਰਕੇ ਇਹ ਕਾਨੂੰਨ ਤਾਂ ਲਾਗੂ ਹੋ ਗਿਆ ਨਾ ਕਿ ਜਿਹਨੇ ਕਾਰ 'ਚ ਬਹਿਣਾ ਉਹਨੇ ਮਾਸਕ ਪਾਉਣਾ ਹੈ।
ਤੇ ਹੁਣ ਇਹ ਪੁਲਿਸ ਵਾਲੇ ਦੇਖੀ ਜਾਣਗੇ ਇਹ ਮੀਆਂ ਬੀਬੀ ਹੈ ਤਾਂ ਔਖਾ ਹੋ ਜਾਏਗਾ, ਹੈ ਨਾ। ਤੇ ਕਾਨੂੰਨ ਉਸ ਤਰੀਕੇ ਨਾਲ ਜਿਹੜਾ ਬਣਿਆ ਹੈ ਉਸ ਤਰੀਕੇ ਨਾਲ ਲਾਗੂ ਹੋ ਰਿਹਾ ਹੈ ਕਿ ਜਿੰਨੇ ਵੀ ਕਾਰ 'ਚ ਬਹਿਣਾ ਉਹਨੇ ਪਾਣਾ ਹੈ। ਤੇ ਮੇਰਾ ਖਿਆਲ ਹੈ ਕਿ ਇਹ ਕਿਹੜਾ ਬਿਮਾਰੀ ਪਰਮਾਨੈਂਟ ਰਹਿਣੀ ਹੈ। ਫਿਲਹਾਲ ਜਿਹੜੀ ਹੈਗੀ ਹੈ ਸਾਲ 2 ਸਾਲ ਤਾਂ ਕਿੰਨੇ ਵਧਣੀਆਂ ਹੋ ਰਹੇ ਨੇ। ਜਦ ਤੱਕ ਹੈਗੀ ਹੈ ਅਸੀਂ ਸਰਕਾਰ ਨੂੰ ਸਾਥ ਦਈਏ, ਚਾਹੇ ਅਸੀਂ ਮੀਆਂ ਬੀਬੀ ਵੀ ਹੈਗੇ ਹਾਂ, ਕਾਰ 'ਚ ਬੈਠੇ ਹਾਂ ਤੇ ਪੁਲਿਸ ਨਾਲ ਲੜੀਏ ਨਾ। ਪੁਲਿਸ ਵੀ ਦੁਖੀ ਹੈ, ਪੁਲਿਸ ਵੀ ਰੋਡ ਤੇ ਖੜ ਕੇ ਤੁਹਾਨੂੰ ਮਤਲਬ ਕਿ ਕੰਮ ਕਰ ਰਹੀ ਹੈ ਆਪਣਾ, ਉਹ ਵੀ ਦੁਖੀ ਹੈ ਤੁਹਾਡੇ ਤੋਂ, ਬਿਮਾਰੀ ਤੋਂ ਦੁਖੀ ਹੈਗੀ ਹੈ ਤੇ ਉਹ ਵੀ ਖੁਸ਼ ਨਹੀਂ ਹੈਗੇ। ਤੇ ਅਸੀਂ ਗਵਰਨਮੈਂਟ ਦਾ ਸਾਥ ਦੇ ਕੇ ਮਾਸਕ ਪਾ ਲਈਏ ਕਿਉਂਕਿ ਮਾਸਕ ਪਾਉਣਾ ਜ਼ਰੂਰੀ। ਸਰ ਜੇ ਅਸੀਂ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਹੁਣ ਕਿਹੋ ਜਿਹੇ, ਕਿਉਂਕਿ ਸਿੰਪਟਮਸ ਦੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਤਾਂ ਇਹ ਵੀ ਗੱਲਾਂ ਮੰਨਣ ਦੇ ਵਿੱਚ ਆ ਰਹੀਆਂ ਕਿ ਹੁਣ ਇੱਕ ਬ੍ਰਿਟਿਸ਼ ਜਿਹੜਾ ਵੇਰੀਐਂਟ ਹੈਗਾ ਉਹ ਵੀ ਕਿਤੇ ਨਾ ਕਿਤੇ ਕਰੋਨਾ ਵਾਇਰਸ ਦਾ ਕਾਫੀ ਹਾਵੀ ਹੁੰਦਾ ਜਾ ਰਿਹਾ। ਗਵਰਨਮੈਂਟ ਦੀਆਂ ਸਟੇਟਮੈਂਟਸ ਨੇ ਇਹ, ਤੇ ਨਾਲ ਦੀ ਨਾਲ ਇੱਕ ਦੇਸੀ ਵੇਰੀਐਂਟ ਵੀ ਕਹਿੰਦੇ ਕਿਤੇ ਨਾ ਕਿਤੇ ਜਨਰੇਟ ਹੋਣਾ ਸ਼ੁਰੂ ਹੋ ਗਿਆ, ਜਿਹੜਾ ਇੱਥੋਂ ਦੇ ਹਿਸਾਬ ਦੇ ਨਾਲ ਆਪਣੇ ਆਪ ਤਿਆਰ ਹੋਇਆ ਤੇ ਉਹ ਜ਼ਿਆਦਾ ਘਾਤਕ ਸਾਬਿਤ ਹੋ ਰਿਹਾ। ਤੇ ਇਹ ਜਿਹੜੀਆਂ ਦੋਹੀ ਗੱਲਾਂ ਸਾਹਮਣੇ ਆ ਰਹੀਆਂ ਨੇ, ਇਹਨਾਂ ਤੋਂ ਬਚਣਾ ਕਿਵੇਂ ਆ ਜਾਂ ਇਹਨਾਂ ਦੇ ਹਾਲਾਤ ਕਿਹੋ ਜਿਹੇ ਨੇ, ਇਹ ਕਿੰਨੇ ਕੁ ਗੰਭੀਰ ਨੇ ਇਸ ਵੇਲੇ? ਦੇਖੋ ਜਿਹੜਾ ਬ੍ਰਿਟਿਸ਼ ਵੇਰੀਐਂਟ ਆਇਆ ਨਾ 117, ਇਹ ਜਿਹੜਾ 117 ਆਇਆ ਹੈ ਇਹਦੇ ਵਿੱਚ ਕੀ ਹੈ ਕਿ ਇਹ ਨਾ ਫੈਲਦਾ ਬਹੁਤ ਜਲਦੀ ਹੈ। ਇਹ ਬਹੁਤ ਜਲਦੀ ਇਹ ਇੱਕ ਦੂਜੇ ਨੂੰ ਹੋ ਜਾਂਦਾ ਹੈ। ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਇਹ ਫ੍ਰੀਕੁਐਂਸੀ ਵੱਧ ਗਈ ਹੈ ਪਿਛਲੇ ਸਾਲ ਤੋਂ, ਤੇ ਲੇਕਿਨ ਇਹ ਮਾਰਕ क्षमता ਇਹਦੀ ਘੱਟ ਆ, ਫੇਟੈਲਿਟੀ ਘੱਟ ਹੈ ਇਹਦੀ। ਤੇ ਇਹ ਜਿਹੜਾ ਵਾਇਰਸ ਹੈਗਾ ਹੈ ਇਹ ਇਸ ਤਰ੍ਹਾਂ ਆਪਣੇ ਮੂਟੈਂਟ ਹੁੰਦਾ ਕਿ ਆਪਣੇ ਬੱਚੇ ਪੈਦਾ ਕਰਦਾ ਹੈ ਤੇ ਉਹਦੇ ਵਿੱਚ ਕੁਝ ਚੇਂਜਿਸ ਲੈ ਕੇ ਆਉਂਦਾ ਹੈ। ਜਦ ਨਕਲ ਬਣਦੀ ਹੈ ਨਾ ਵਾਇਰਸ ਦੀ, ਕੁਛ ਨਾ ਕੁਛ ਚੇਂਜਿਸ ਤਾਂ ਆਉਂਦੀਆਂ ਨੇ। ਕਈ ਵਾਰੀ ਉਹ ਚੇਂਜਿਸ ਆਉਂਦੀਆਂ ਨੇ ਜਿਹਦੇ 'ਚ ਵਾਇਰਸ ਵੀਕ ਹੋ ਜਾਂਦਾ ਹੈ, ਚੇਂਜਿਸ ਆਉਂਦੇ ਨੇ ਕਈ ਵਿੱਚ ਵਾਇਰਸ ਜਿਹੜਾ ਹੈਗਾ ਸਟਰੋਂਗ ਹੋ ਜਾਂਦਾ ਹੈ ਜਾਂ ਕੁਛ ਉਹਦੀ ਐਕਟੀਵਿਟੀ ਚੇਂਜ ਹੋ ਜਾਂਦੀ ਹੈ। ਹੁਣ ਜਿਹੜਾ ਬ੍ਰਿਟਿਸ਼ ਵਾਇਰਸ ਆਇਆ ਹੈ, ਬ੍ਰਿਟਿਸ਼ ਜਿਹੜਾ ਵੇਰੀਐਂਟ ਆਇਆ ਹੈ, ਉਹਦੇ ਵਿੱਚ ਇਹਦੀ ਮਤਲਬ ਕਿ ਇੱਕ ਦੂਜੇ ਨੂੰ ਫੈਲਣ ਦੀ ਸ਼ਕਤੀ ਜ਼ਿਆਦਾ ਹੈ। ਤੇ ਜਿਹੜਾ ਇੰਡੀਆ ਦਾ ਵੇਰੀਐਂਟ ਜਿਹੜੇ ਆ ਰਹੇ ਨੇ ਮਾੜੇ ਮੋਟੇ ਆ ਰਹੇ ਨੇ ਉਹਨਾਂ ਦੇ, ਤੇ ਉਹ ਜ਼ਿਆਦਾ ਖਾਸ ਨਹੀਂ ਨੇ। ਮੇਨ ਬ੍ਰਿਟਿਸ਼ ਦਾ ਵੇਰੀਐਂਟ ਜਿਹੜਾ ਆ ਰਿਹਾ ਨੇ ਉਹ ਇੰਡੀਆ ਦੇ ਵਿੱਚ ਜਿਹੜਾ ਹੈਗਾ ਇਹ ਕਾਰਨ ਬਣ ਰਿਹਾ ਹੈ, ਜੋ ਰਿਸਰਚ ਵਿੱਚ ਆ ਰਿਹਾ ਕਿ ਇਹ ਜਿਹੜਾ ਕੇਸਿਸ ਇੰਨੇ ਜ਼ਿਆਦਾ ਮਤਲਬ ਵੱਧ ਗਏ ਨੇ, ਦੇ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਸਰ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਹੈਗਾ ਕਿ ਬਹੁਤ ਸਾਰੇ ਕਲਾਕਾਰਾਂ ਨੂੰ, ਬਹੁਤ ਸਾਰੇ ਫਿਲਮੀ ਸਿਤਾਰਿਆਂ ਨੂੰ ਇਹ ਬਿਮਾਰੀ ਹੋਈ ਤਾਂ ਉਹ ਕੁਝ ਦਿਨਾਂ ਬਾਅਦ ਜਾਂ ਆਪਣੇ ਆਪ ਠੀਕ ਹੋ ਗਏ ਜਾਂ 15 ਦਿਨਾਂ ਬਾਅਦ ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ। ਪਰ ਜਦੋਂ ਇਹ ਗਰੀਬ ਵਿਅਕਤੀ ਨੂੰ ਹੁੰਦਾ ਤਾਂ ਉਹਦੀ ਮੌਤ ਕਿਤੇ ਨਾ ਕਿਤੇ ਪੱਕੀ ਲਿਖ ਦਿੱਤੀ ਜਾਂਦੀ ਹੈ ਸਿੱਧੇ ਤੌਰ ਤੇ। ਇਦਾਂ ਦੇ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ ਕਿ ਜਦੋਂ ਕਿਸੇ ਗਰੀਬ ਨੂੰ ਹੁੰਦਾ ਉਹਦੀ ਸਵੇਰੇ ਰਿਪੋਰਟ ਆਉਂਦੀ, ਹਸਪਤਾਲ ਦੇ ਵਿੱਚ ਸ਼ਾਮ ਤੱਕ ਉਸਦੀ ਮੌਤ ਹੋ ਜਾਂਦੀ ਹੈ। ਜਾਣੀ ਕਿ ਗਰੀਬ ਤੇ ਅਮੀਰ ਦਾ ਪਾੜਾ ਵੀ ਦੇਖ ਰਿਹਾ ਹੈ ਵਾਇਰਸ, ਜਾਂ ਫਿਰ ਇਹ ਪੋਲੀਟੀਸਾਈਜ਼ ਹੋ ਰਿਹਾ, ਜਾਂ ਕੁਝ ਲੋਕ ਅਜਿਹੇ ਨੇ ਜਿਹੜਾ ਇਸ ਬਿਮਾਰੀ ਦਾ ਵੀ ਨਿੱਜੀ ਮੁਫਾਦ ਆਪਾਂ ਸਿੱਧੇ ਤੌਰ ਤੇ ਕਹਿ ਦਈਏ ਵੀ ਚੱਕ ਰਹੇ ਨੇ। ਦੇਖੋ ਇਹ ਬਿਮਾਰੀ ਨੇ ਨਾ ਤਾਂ ਗਰੀਬ ਦੇਖਣਾ ਹੈ ਨਾ ਅਮੀਰ ਦੇਖਣਾ ਹੈ, ਇਹਨੇ ਕੋਈ ਜਾਤ ਧਰਮ ਨਹੀਂ ਦੇਖਣਾ, ਠੀਕ ਹੈ। ਬਾਕੀ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਆ ਕਿ ਜਿਹੜੇ ਅਮੀਰ ਬੰਦੇ ਹੈਗੇ ਆ ਠੀਕ ਹੋ ਜਾਂਦੇ ਆ, ਗਰੀਬ ਬੰਦੇ ਠੀਕ ਨਹੀਂ ਹੁੰਦੇ, ਉੱਥੇ ਮੇਰੇ ਹਿਸਾਬ ਦੇ ਨਾਲ ਇਹ ਹੈ ਕਿ ਅਮੀਰ ਬੰਦੇ ਜ਼ਿਆਦਾ ਜਾਗਰੂਕ ਹੈ। ਉਹਨਾਂ ਨੂੰ ਆਕਸੀਮੀਟਰ ਲਾ ਲੈਂਦੇ ਨੇ ਘਰ ਦੇ ਵਿੱਚ ਕੁਝ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ 90 ਤੋਂ 94 ਤੋਂ ਘੱਟ ਆਕਸੀਜਨ ਆ ਗਈ ਤੇ ਅਸੀਂ ਹਸਪੀਟਲ ਜਾਣਾ ਹੈ। ਜਿਹੜਾ ਗਰੀਬ ਬੰਦੇ ਨੂੰ ਬੁਖਾਰ ਹੁੰਦਾ ਹੈ ਉਹ ਵਿਚਾਰੇ ਨੂੰ ਆਕਸੀਮੀਟਰ ਦਾ ਕੀ ਪਤਾ, ਉਹਨੂੰ ਆਕਸੀਮੀਟਰ ਪਤਾ ਨਹੀਂ ਲੱਗਦੀ ਕਿ ਉਹਨੇ ਆਕਸੀਮੀਟਰ ਵੀ ਲਾਣੀ ਹੈ, ਕਿ ਆਕਸੀਜਨ ਲੈਵਲ ਲੋ ਹੋ ਰਿਹਾ ਹੈ, ਉਹਨੂੰ ਇੰਨੀ ਐਜੂਕੇਸ਼ਨ ਨਹੀਂ ਹੈਗੀ। ਉਹ ਹਸਪੀਟਲ ਜਾਂਦਾ ਹੈ ਤੇ ਉਹ ਲੇਟ ਹੋ ਜਾਂਦਾ ਹੈ। ਤੇ ਸਹੂਲਤਾਂ ਦੀ ਆਪਾਂ ਕਹਦੇ ਕਿ ਉਹਦੀ ਮੈਡੀਕਲ ਨੌਲੇਜ ਘੱਟ ਹੈ ਪੇਸ਼ੈਂਟ ਦੀ, ਕੁਝ ਉਹਦੇ ਲੋਕਲ ਡਾਕਟਰਸ ਹੁੰਦੇ ਨੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ, ਉਹ ਲੇਟ ਪਹੁੰਚਦੇ ਤਾਂ ਹੁੰਦਾ। ਬਾਕੀ ਇਹ ਬਿਮਾਰੀ ਨੇ ਗਰੀਬ ਅਮੀਰ ਨੂੰ ਨਹੀਂ ਦੇਖਣਾ। ਹਾਂ ਇੰਨਾ ਹੈ ਕਿ ਜਿਹੜਾ ਬੰਦਾ ਵਰਜਿਸ਼ ਕਰਦਾ ਹੈ, ਜਿਹੜੇ ਗਰੀਬ ਬੰਦੇ ਵੀ ਜਿਹੜੇ ਵਰਜਿਸ਼ ਕਰਦੇ ਨੇ ਉਹਨਾਂ ਦੀ ਬੋਡੀ ਕਾਫੀ ਸਟਰੋਂਗ ਹੈ ਤੇ ਉਹਨਾਂ ਦੀ ਇਮਿਊਨਿਟੀ ਕਾਫੀ ਸਟਰੋਂਗ ਹੁੰਦੀ ਹੈ, ਉਹਨਾਂ ਕੁਝ ਹੁੰਦਾ ਨਹੀਂ ਹੈ। ਹਾਂ ਲੇਕਿਨ ਇਹਦੀ ਜਿਹੜੀ 2-3% ਜਿਹੜੇ ਲੋਕੀ ਮਰਦੇ ਪਏ ਨੇ ਉਹਨਾਂ ਦੇ ਵਿੱਚ ਜਿਹੜਾ ਦੇ ਆਪਣਾ ਆਕਸੀਜਨ ਲੈਵਲ ਘਟ ਗਿਆ ਗਰੀਬ ਬੰਦੇ ਦਾ, ਉਹਨੂੰ ਪਤਾ ਹੀ ਨਹੀਂ ਹੈ। ਉਹਨੇ ਕਹਿੰਦਾ ਮੈਨੂੰ ਸਾਹ ਚੜ ਗਿਆ, ਦਾ ਅਸਥਮਾ ਹੋ ਗਿਆ ਹੈ ਨਾ, ਤੇ ਜ਼ੁਕਾਮ ਹੋ ਗਿਆ, ਅਸਥਮਾ ਹੋ ਗਿਆ, ਸਾਹ ਦੀ ਦਵਾਈ ਖਾਈ ਜਾਂਦਾ ਤੇ ਉਹ ਜਦ ਪੂਰੀ ਚੈਸਟ ਦੇ ਵਿੱਚ ਹੋ ਜਾਂਦਾ, ਨਮੂਨੀਆ ਹੋ ਜਾਂਦਾ ਤੇ ਫਿਰ ਡੈਡ ਹੈ, ਫਿਰ ਉਹ ਹਸਪੀਟਲ ਜਾਂਦਾ ਤੇ ਡੈਡ ਡਿਕਲੇਅਰ ਹੋ ਜਾਂਦਾ ਹੈ ਕਰੋਨਾ ਕਰਕੇ। ਤੇ ਇਹ ਚੀਜ਼ਾਂ ਹੈਗੀਆਂ। ਸਰ ਜੇ ਅਸੀਂ ਗੱਲ ਕਰੀਏ ਜਿਸ ਤਰੀਕੇ ਨਾਲ ਇਹ ਬਿਮਾਰੀ ਵੱਧਦੀ ਜਾ ਰਹੀ ਹੈ, ਜਿਸ ਤਰੀਕੇ ਨਾਲ ਸਰਕਾਰ ਨੂੰ ਵੀ ਚਿੰਤਾ ਦੇ ਵਿੱਚ ਪਾਇਆ ਹੋਇਆ ਇਸ ਬਿਮਾਰੀ ਦੇ ਨਾਲ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਵੀ ਚੱਲ ਰਹੀਆਂ ਨੇ ਕਿ ਕਿਤੇ ਨਾ ਕਿਤੇ ਇਸ ਬਿਮਾਰੀ ਦੀ ਆੜ ਦੇ ਵਿੱਚ ਬਹੁਤ ਸਾਰੇ ਡਾਕਟਰਸ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਰੱਬ ਦਾ ਦਰਜਾ ਦਿੱਤਾ ਹੁੰਦਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਸਰੀਰਕ ਅੰਗ ਨੇ ਉਹਨਾਂ ਦਾ ਵਪਾਰ ਕਰ ਰਹੇ ਨੇ। ਅੰਤਰਰਾਸ਼ਟਰੀ ਮੁੱਲ ਦੇ ਵਿੱਚ ਉਹਨਾਂ ਦੀ ਕੀਮਤ ਚੰਗੀ ਵਟੋਰੀ ਜਾ ਰਹੀ ਹੈ। ਪਰਿਵਾਰਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ, ਜਦੋਂ ਕੋਈ ਕਰੋਨਾ ਦਾ ਪੇਸ਼ੈਂਟ ਹੋ ਜਾਂਦਾ, ਉਸ ਦੀ ਮੌਤ ਹੋ ਜਾਂਦੀ, ਉਸ ਤੋਂ ਬਾਅਦ ਸਿੱਧਾ ਹੀ ਉਹਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ। ਤੁਸੀਂ ਇਸ ਚੀਜ਼ ਨਾਲ ਕਿੰਨਾ ਕੁ ਇਤਫਾਕ ਰੱਖਦੇ ਹੋ ਜਾਂ ਕਿੰਨਾ ਕੁ ਸਮਝਦੇ ਹੋ ਵੀ ਇੱਦਾਂ ਦਾ ਕੁਝ ਵੀ ਹੋ ਸਕਦਾ ਜਾਂ ਹੋ ਰਿਹਾ? ਮੈਂ ਗੱਲ ਕਰਾਂਗਾ ਨੋਰਮਲੀ, ਮੈਂ ਡਾਕਟਰ ਹਾਂ, ਮੇਰੇ ਦੋਸਤ ਸਾਰੇ ਆਪਣੀ ਡਾਕਟਰ ਫੈਮਿਲੀ ਹੈ ਤੇ ਜਿਹੜੇ ਡਾਕਟਰ ਫੈਮਿਲੀ ਜਿਹੜੀ ਹੈਗੀ ਹੈ, ਕੋਈ ਵੀ ਡਾਕਟਰ ਮੇਰੇ ਹਿਸਾਬ ਨਾਲ ਨੋਰਮਲੀ ਆਮ ਤੌਰ ਤੇ ਐਸੇ ਕੰਮ ਨਹੀਂ ਕਰੇਗਾ। ਕੋਈ ਵੀ ਡਾਕਟਰ ਹੈ ਉਹ ਮਰੀਜ਼ ਦੀ ਮਤਲਬ ਕਿ ਮੰਨਦਾ ਹੈ ਕਿ ਪੈਸੇ ਦੀ ਉਹ ਲੁੱਟ ਖਸੁੱਟ ਕਰ ਸਕਦਾ,
ਲੇਕਿਨ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਉਹ ਅੰਗ ਕੱਢ ਲੈਂਦਾ ਹੈ, ਕਿਡਨੀਆਂ ਕੱਢ ਲੈਂਦਾ ਹੈ, ਕੁਝ ਕੱਢ ਲੈਂਦਾ ਹੈ, ਐਸੇ ਕੰਮ ਉਹ ਨਹੀਂ ਕਰੇਗਾ। ਇਹ ਹਿਊਮੈਨਿਟੀ ਦੇ ਨਾਲ ਨਹੀਂ ਹੈਗਾ, ਕੋਈ ਡਾਕਟਰ ਨਹੀਂ ਕਰਦਾ। ਇਹ ਮੈਂ ਨਾਰਮਲੀ ਗੱਲ ਕਰ ਰਿਹਾ। ਬਾਕੀ ਇੱਕੇ ਦੁੱਕੇ ਕੇਸ ਨੂੰ ਅਸੀਂ ਲੈ ਕੇ ਅਸੀਂ ਹਊਆ ਬਣਾ ਕੇ ਬਹਿ ਜਾਈਏ ਕਿ 1-2 ਕੇਸ ਐਸੇ ਆ ਗਏ ਤੇ ਆਪਾਂ ਉਹਨੂੰ ਸਮਝੀਏ ਕਿ ਸਾਰੇ ਡਾਕਟਰ ਹੀ ਇਸ ਤਰ੍ਹਾਂ ਹੋ ਗਏ ਨੇ। ਇਹ ਚੀਜ਼ਾਂ ਗਲਤ ਨੇ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਡਾਕਟਰ ਪੇਸ਼ੈਂਟ ਨੂੰ ਬਿਲਕੁਲ ਠੀਕ ਕਰਨ ਦੀ ਕੋਸ਼ਿਸ਼ ਕਰਦਾ। ਬਾਕੀ ਮੈਂ ਇੰਨਾ ਜ਼ਰੂਰ ਮੰਨਦਾ ਕਿ ਪ੍ਰਾਈਵੇਟ ਜਿਹੜੇ ਹਸਪੀਟਲਸ ਨੇ ਅੱਜ ਦੀ ਡੇਟ ਦੇ ਵਿੱਚ ਦੇਖੋ ਟ੍ਰੀਟਮੈਂਟ ਤੇ ਕੋਈ ਹੈ ਨਹੀਂ, ਗਲੂਕੋਜ਼ ਲਗਾਉਂਦੇ ਨੇ, ਇੰਜੈਕਸ਼ਨਸ ਫਿਕਸ ਨੇ, ਠੀਕ ਹੈ, ਤੇ ਬਿੱਲ ਲੱਖਾਂ ਦਾ ਬਣ ਜਾਂਦਾ। ਹੁਣ ਕੋਈ ਪੁੱਛੇ ਡਾਕਟਰ ਨੂੰ ਵੀ ਤੂੰ ਲੱਖ ਦਾ ਬਿੱਲ ਬਣਾਇਆ ਤੇ ਇਹਦੇ 'ਚ ਤੂੰ ਲਾਇਆ ਕੀ, ਕੀਤਾ ਕੀ? ਉਹਨਾਂ ਦਾ ਮੋਨੀਟਰਿੰਗ ਹੀ ਨਹੀਂ ਕੀਤੀ ਨਾ। ਸਿੱਧੇ ਤੌਰ ਤੇ ਮੰਨ ਲਈਏ ਕਿਤੇ ਨਾ ਕਿਤੇ ਇਸ ਬਿਮਾਰੀ ਦੀ ਆੜ ਦੇ ਵਿੱਚ ਲੁੱਟ ਵੀ ਵੱਡੇ ਪੱਧਰ ਤੇ ਹੋਣੀ ਸ਼ੁਰੂ ਹੋ ਗਈ। ਹਾਂ, ਇਸ ਵਾਰ ਮੈਂ ਦੇਖ ਰਿਹਾ। ਪਿਛਲੀ ਵਾਰ ਤਾਂ ਡਾਕਟਰ ਵੀ ਡਰੇ ਹੋਏ ਸੀਗੇ। ਸਾਡੇ ਤੱਕ ਵੀ ਬਹੁਤ ਸਾਰੀਆਂ ਵੀਡੀਓ ਪਹੁੰਚ ਰਹੀਆਂ ਨੇ ਜਿੱਥੇ ਮਰੀਜ਼ ਹਸਪਤਾਲ ਦੇ ਵਿੱਚੋਂ ਲਾਈਵ ਹੋ ਜਾਂਦੇ ਨੇ ਜਾਂ ਵੀਡੀਓ ਭੇਜਦੇ ਨੇ ਕਿ ਦੇਖੋ ਅਸੀਂ ਸਵੇਰ ਦੇ ਇੱਥੇ ਬੈਠੇ ਹਾਂ, ਇੱਕ ਤਾਂ ਟ੍ਰੀਟਮੈਂਟ ਸਹੀ ਤਰੀਕੇ ਨਾਲ ਨਹੀਂ ਮਿਲ ਰਿਹਾ ਤੇ ਦੂਜੇ ਪਾਸੇ ਲੱਖਾਂ ਦਾ ਬਿੱਲ ਸਾਡੇ ਪਰਿਵਾਰ ਨੂੰ ਸੌਂਪਿਆ। ਹਾਂ, ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਪਿਛਲੇ ਡਾਕਟਰ ਵੀ ਡਰੇ ਹੋਏ ਸੀ, ਹੁਣ ਡਾਕਟਰ ਵੀ ਖੁੱਲ੍ਹ ਕੇ ਨੇ, ਬਿਮਾਰੀ ਨੂੰ ਪਤਾ ਲੱਗ ਗਿਆ ਨਾ, ਸਾਲ ਹੋ ਗਿਆ, ਐਕਸਪੀਰੀਅੰਸ ਹੋ ਗਿਆ ਉਹਨਾਂ ਨੂੰ, ਤੇ ਉਹਨਾਂ ਨੇ ਅੰਡਰ ਆਬਜ਼ਰਵੇਸ਼ਨ ਰੱਖਣਾ ਹੈ। ਟ੍ਰੀਟਮੈਂਟ ਇਹਦੀ ਕੋਈ ਹੈ ਨਹੀਂ। ਵੈਕਸੀਨੇਸ਼ਨ ਜਿਹੜੀ ਉਹ ਗੱਲ ਅਲੱਗ ਹੋ ਗਈ ਹੈ ਨਾ, ਤੇ ਟ੍ਰੀਟਮੈਂਟ ਇਹਦੀ ਉਹੀ 1-2 ਇੰਜੈਕਸ਼ਨ ਹੈਗੇ ਨੇ ਹੈ ਨਾ, ਉਹੀ ਚੱਲਦੇ ਨੇ ਤੇ ਉਹੀ ਲੱਗਣੇ ਨੇ, ਤੇ ਉਹਦੀ ਕੋਸਟ ਇੰਨੀ ਜ਼ਿਆਦਾ ਲੰਬੀ ਚੌੜੀ ਨਹੀਂ ਹੈਗੀ। ਲੱਖਾਂ ਦਾ ਬਿੱਲ ਤਾਂ ਬਣ ਹੀ ਨਹੀਂ ਸਕਦਾ ਹੈ ਨਾ। ਹਾਂ, ਇਹ ਹੈ ਕਿ ਜਿਹੜੇ ਵੈਂਟੀਲੇਟਰ ਤੇ ਪੈ ਜਾਂਦੇ ਨੇ, ਵੈਂਟੀਲੇਟਰ ਤੇ ਜਿਹੜੇ ਇਨਵੇਸਿਵ ਵੈਂਟੀਲੇਟਰ ਤੇ ਪੈ ਜਾਂਦੇ ਨੇ। ਦੇਖੋ ਵੈਂਟੀਲੇਟਰ ਦੇ ਤਾਂ ਮੈਂ ਦੱਸ ਦਿੰਦਾ ਕਿ ਵੈਂਟੀਲੇਟਰ ਜਿਹੜੇ ਪੈਂਦੇ ਨੇ, ਜਿਹੜੇ ਕੱਟ ਕੇ ਇੱਥੋਂ ਦੀ ਨਲੀ ਮੂੰਹ 'ਚ ਪਾਉਂਦੇ ਨੇ, ਉਹ ਵੈਂਟੀਲੇਟਰ ਪਾਉਣਾ ਪੇਸ਼ੈਂਟ ਨੂੰ ਬਹੁਤ ਸੌਖਾ ਹੈ, ਕੱਢਣਾ ਬਹੁਤ ਔਖਾ ਹੈ। ਜਿਹੜੇ ਵੈਂਟੀਲੇਟਰ ਬਾਹਰੋਂ ਪੈਂਦੇ ਨੇ ਕਲਿੱਪ ਲਾ ਕੇ, ਸੀ ਮੈਪ ਕਹਿੰਦੇ ਅਸੀਂ ਉਹਨੂੰ, ਉਹ ਵਾਲੇ ਬੰਦੇ ਨਿਕਲ ਆਉਂਦੇ ਨੇ ਬਾਹਰ, ਜਿਨ੍ਹਾਂ ਦਾ ਇੱਥੋਂ ਦੀ ਲੈਰਿੰਗਸ ਕੱਟ ਕੇ ਜਿਹੜਾ ਵੈਂਟੀਲੇਟਰ ਪਾਉਂਦੇ ਨੇ, ਉਹ ਵੈਂਟੀਲੇਟਰ ਜਿਹੜੇ ਪੈ ਗਿਆ, ਉਹ ਪਾਉਣਾ ਬਹੁਤ ਸੌਖਾ ਹੈ, ਕੱਢਣਾ ਬਹੁਤ ਔਖਾ ਹੈ। ਉਹ ਮਰੀਜ਼ ਦੀ ਡੈਥ ਹੋਣੀ ਕਾਫੀ ਹੱਦ ਤੱਕ ਪੋਸੀਬਿਲਿਟੀ ਹੁੰਦੀ ਹੈ, ਠੀਕ ਹੈ ਨਾ। ਬਾਕੀ ਇਹ ਹੈ ਕਿ ਉਹ ਕੇਸ ਹੈਗੇ ਨੇ 2 ਜਾਂ 3%। ਜਿਹੜੇ 97% ਕੇਸ ਹੈਗੇ ਨੇ, 97 ਦੇ ਵਿੱਚੋਂ ਤੁਸੀਂ ਲਾ ਲਓ ਕਿ 40% ਕੇਸ ਤਾਂ ਲੋਕੀ ਘਰ ਹੀ ਬੈਠੇ ਰਹਿੰਦੇ ਨੇ। ਜਿਹੜੇ 40-45% ਕੇਸ ਹੈਗੇ ਨੇ, ਉੱਥੇ ਫਿਰ ਲੁੱਟ ਖਸੁੱਟ ਹੋ ਰਹੀ ਹੈ। ਸਰ ਜਿੱਦਾਂ ਹੁਣ ਅਸੀਂ ਬਿਮਾਰੀ ਦੀ ਗੱਲ ਕਰ ਲਈ, ਬਿਮਾਰੀ ਕਿਸ ਤਰੀਕੇ ਨਾਲ ਇਹ ਵੱਧ ਰਹੀ ਹੈ, ਅਸੀਂ ਪਹਿਲਾਂ ਵੀ ਬੜੀਆਂ ਵੀਡੀਓਜ਼ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਨੇ ਕਿ ਸੁਰੱਖਿਆ ਕੀ ਹੈਗੀ। ਸਭ ਤੋਂ ਵੱਡਾ ਤਾਂ ਇਹੀ ਹੈ ਵੀ ਅਸੀਂ ਆਪਣਾ ਪਰਹੇਜ਼ ਜਿੰਨਾ ਕਰ ਲਈਏ ਉਨਾ ਹੀ ਚੰਗਾ, ਕਿਉਂਕਿ ਇਲਾਜ ਕੋਈ ਨਹੀਂ। ਪਰ ਦੂਜੇ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਵੈਕਸੀਨੇਸ਼ਨ ਅਸੀਂ ਤਿਆਰ ਕਰ ਲਈ ਹੈ, ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਕਰੋੜਾਂ ਦੇ ਵਿੱਚ ਅਸੀਂ ਲੋਕਾਂ ਨੂੰ ਵੈਕਸੀਨੇਟ ਕਰ ਵੀ ਦਿੱਤਾ, ਪਰ ਆਬਾਦੀ ਹੀ ਅਰਬ ਦੇ ਵਿੱਚ ਹੈਗੀ ਹੈ, ਤਾਂ ਉੱਥੇ ਕਰੋੜਾਂ ਦੇ ਵਿੱਚ ਕੀ ਗਿਣਤੀ ਕਰੇਗੀ। ਤਾਂ ਇਹ ਜਿਹੜੀ ਵੈਕਸੀਨੇਸ਼ਨ ਬਣਾਈ ਹੈ, ਇਸ ਵੈਕਸੀਨੇਸ਼ਨ ਦੀ ਭਰੋਸੇਯੋਗਤਾ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਲੋਕ ਕਹਿੰਦੇ ਨੇ ਕਿ ਅਸੀਂ ਇੰਜੈਕਸ਼ਨ ਲਗਾ ਵੀ ਲਿਆ ਸੀਗਾ, ਫਿਰ ਵੀ ਬਿਮਾਰੀ ਸਾਨੂੰ ਹੋ ਗਈ ਹੈ। ਦੇਖੋ ਜਿਹੜੀ ਵੈਕਸੀਨੇਸ਼ਨ ਹੈਗੀ ਹੈ, ਇਹ ਕਰਦੀ ਕੀ ਹੈ ਸਮਝੋ ਪਹਿਲੇ ਤੁਸੀਂ। ਜਿਹੜੀ ਵੈਕਸੀਨੇਸ਼ਨ ਹੈਗੀ ਹੈ ਨਾ, ਇਹ ਵਾਇਰਸ ਦਾ ਕੋਈ ਹਿੱਸਾ, ਜਿਸ ਤਰ੍ਹਾਂ ਕੋਵੈਕਸੀਨ ਦੇ ਵਿੱਚ ਇਹਦੇ ਸਪਾਈਕਸ ਪਕੜਦੇ ਆ, ਜਿਹੜਾ ਕੋਵਿਸ਼ੀਲਡ ਹੈ ਉਹ ਪੂਰਾ ਵਾਇਰਸ ਪਕੜਦੇ ਆ। ਉਹ ਵਾਇਰਸ ਦੇ ਵਿੱਚ ਜਿਹੜੀ ਉਹਦੀ ਰੈਪਲੀਕੇਸ਼ਨ, ਜਿਹੜੀ ਉਹਦੀ ਨਕਲ ਮਾਰਨ ਦੀ ਸ਼ਮਤਾ ਹੁੰਦੀ ਹੈ, ਉਹਨੂੰ ਇਹ ਖਤਮ ਕਰ ਦਿੰਦੇ ਆ। ਉਹ ਵਾਇਰਸ ਪੂਰਾ ਵੈਕਸੀਨ 'ਚ ਪਾ ਕੇ ਬੰਦੇ 'ਚ ਪਾ ਦਿੰਦੇ ਨੇ, ਤੇ ਉਹ ਜਿਹੜਾ ਉਹਦੀ ਨਕਲ ਵਜਣੀ ਨਹੀਂ ਹੈ, ਤੇ ਬੋਡੀ ਜਿਹੜੀ ਹੈਗੀ ਹੈ ਖੁਦ ਉਹਦੀ ਐਂਟੀਬੋਡੀ ਬਣਾਉਂਦੀ ਹੈ, ਠੀਕ ਹੈ ਨਾ। ਉਹ ਲੱਗਣ ਤੋਂ ਬਾਅਦ ਉਹਦੇ ਵੀ ਕੋਈ ਟਾਈਮ ਡਿਊਰੇਸ਼ਨ ਹੈ, ਕਦ ਬਣੇਗੀ। ਪਹਿਲੇ ਸੀਗਾ ਕਿ ਇੱਕ ਪਹਿਲੀ ਵੈਕਸੀਨ ਦੂਸਰੀ ਵੈਕਸੀਨ ਦੇ ਵਿੱਚ 1 ਮਹੀਨੇ ਦਾ ਫਰਕ ਹੋਏਗਾ, ਹੁਣ ਆਇਆ 2 ਮਹੀਨੇ ਦਾ ਫਰਕ ਪੈ ਜਾਏਗਾ। ਇਹ ਅੰਡਰ ਸਟੱਡੀ ਚੱਲਦੀ ਪਈ ਹੈ, ਹਲੇ ਗਵਰਨਮੈਂਟ ਨੂੰ ਵੀ ਪ੍ਰੋਪਰ ਇਹਦੀ ਗਾਈਡਲਾਈਨਸ ਹੈ ਨਹੀਂ WHO ਵੱਲੋਂ, ਤੇ ਜਿਸ ਤਰ੍ਹਾਂ ਸਟੱਡੀ ਚੱਲ ਰਹੀ ਹੈ ਹੌਲੀ ਹੌਲੀ ਇਹ ਗਾਈਡਲਾਈਨਸ ਕਲੀਅਰ ਹੋਣਗੀਆਂ। ਇਹ ਐਂਟੀਬੋਡੀਜ਼ ਜਿਸ ਤਰ੍ਹਾਂ ਕਦ ਬਣਨਗੀਆਂ, ਹਰ ਬੰਦੇ ਦੀ ਇਮਿਊਨਿਟੀ ਅਲੱਗ ਹੁੰਦੀ ਹੈ, ਕਿੰਨੀਆਂ ਬਣਨਗੀਆਂ, ਇਹਦੀ ਸਟੱਡੀ ਹਾਲੇ ਪੈਂਡਿੰਗ ਹੈ। ਤੇ ਇਹ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਕਿ ਤੁਹਾਨੂੰ ਅਗਰ ਵੈਕਸੀਨ ਲੱਗ ਗਈ ਹੈ, ਅਗਰ ਤੁਸੀਂ ਦੋਨੋਂ ਕੋਰਸ ਤੁਸੀਂ ਵੈਕਸੀਨ ਦੇ ਕਰ ਲਏ ਹੈ, ਤੁਸੀਂ ਇਹ ਕਹੋ ਨਾ ਕਿ ਮੈਨੂੰ ਕਰੋਨਾ ਨਹੀਂ ਹੋਏਗਾ, ਇਹ ਵੀ ਗਲਤ ਹੈ। ਤੁਸੀਂ ਆਪਣੀ ਹੈਂਡ ਹਾਈਜੀਨ, ਆਪਣੇ ਮਾਸਕ, ਆਪਣੇ ਸਭ ਕੁਝ ਤੁਸੀਂ ਧਿਆਨ ਰੱਖਣਾ ਹੈ। ਅਗਰ ਤੁਸੀਂ ਐਕਸਪੋਜ਼ਰ ਹੁੰਦੇ ਹੋ ਤੇ ਹੋ ਸਕਦਾ ਹੈ ਕਿ ਮੈਂ ਕਈ ਕੇਸ ਪੜ੍ਹੇ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਪੋਜ਼ਿਟਿਵ ਹੋਏ ਹੈ। ਉਹ ਜਿਹੜੇ ਕਾਰਨ ਨੇ ਪੋਜ਼ਿਟਿਵ ਹੋਣ ਦੇ, ਉਹਦੇ ਵਿੱਚ ਇਹ ਹੈ ਕਿ ਜਿਹੜੀ ਉਹਦੇ ਪੋਜ਼ਿਟਿਵ ਹੋਣ ਤੋਂ ਬਾਅਦ ਜਿਹੜੀ ਉਹਦੇ ਵਿੱਚ ਜਿਹੜੀ ਨੁਕਸਾਨ ਹੋਣ ਦੀ ਸ਼ਮਤਾ ਹੈ ਬਾਡੀ ਦੇ ਵਿੱਚ, ਉਹ ਘਟਦੀ ਹੈ। ਜਿਸ ਤਰ੍ਹਾਂ ਬੰਦੇ ਨੂੰ ਕੋਈ ਨੁਕਸਾਨ ਜ਼ਿਆਦਾ ਹੋਣਾ ਹੈ, ਉਹ ਲੰਗਸ ਦੇ ਵਿੱਚ ਪੰਗਾ ਪੈਂਦਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਗਲਾਸ ਲਾਈਕ ਓਪੇਸਟੀਜ਼। ਜਿਸ ਤਰ੍ਹਾਂ ਕੰਚ ਦੀ ਰੂਹ ਬਣ ਜਾਂਦੀ ਹੈ ਫੇਫੜਿਆਂ ਦੇ ਵਿੱਚ, ਨਮੂਨੀਆ ਬਣਦਾ, ਕੰਚ ਦੀ ਰੂਹ ਬਣਦੀ ਹੈ ਕਰੋਨਾ ਦੇ ਵਿੱਚ। ਇਹ ਨਵੀਂ ਵਰਡਿੰਗ ਹੈਗੀ ਹੈ। ਅਤੇ ਜਿਹੜੀਆਂ ਗਲਾਸ ਲਾਈਕ ਓਪੇਸਟੀਜ਼ ਹੈਗੀਆਂ, ਉਹ ਘੱਟ ਬਣਦੀਆਂ। ਕਰੋਨਾ ਠੀਕ ਹੋਣ ਤੋਂ ਬਾਅਦ ਵੀ ਸਾਡੇ ਲੰਗਸ ਦੇ ਵਿੱਚ ਇਹਦਾ ਅਸਰ ਰਹਿ ਜਾਂਦਾ ਹੈ, ਅਤੇ ਇਹ ਹਾਲੇ ਸਟੱਡੀ ਹੋਣ ਵਾਲੇ ਸਬਜੈਕਟ ਨੇ। ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਤਾਂ ਤੁਸੀਂ ਮਤਲਬ ਵੈਕਸੀਨ ਲਵਾਓ, ਵੈਕਸੀਨ ਲਵਾਉਣੀ ਬਹੁਤ ਜ਼ਰੂਰੀ ਹੈਗੀ ਹੈ, ਬਟ ਵੈਕਸੀਨ ਲਵਾ ਕੇ ਵੀ ਤੁਸੀਂ ਆਪਣਾ ਪਰਹੇਜ਼ ਰੱਖਣਾ ਹੈ। ਕਿਉਂਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਵੈਕਸੀਨ ਦੇ ਨਾਮ ਤੋਂ ਹੀ ਇੱਕ ਚੀਜ਼ ਆ ਜਾਂਦੀ ਹੈ ਕਿ
ਕੋਵਾਸ਼ੀਲਡ ਕਰਤਾ ਦਿੱਤਾ, ਜਾਣੀ ਕਿ ਸ਼ੀਲਡ ਆ ਗਈ ਸਾਡੇ ਕੋਲ। ਸ਼ੀਲਡ ਅਸੀਂ ਆਮ ਤੌਰ ਤੇ ਕਹਿੰਦੇ ਵੀ ਅਸੀਂ ਕੋਈ ਚੀਜ਼ ਆਪਣੇ ਉੱਪਰ ਢੱਕ ਲਈ ਤਾਂ ਸਾਨੂੰ ਉਸ ਦਾ ਬਾਅਦ ਵਿੱਚ ਅਸਰ ਨਹੀਂ ਹੋਣਾ, ਤਾਂ ਇਸ ਕਰਕੇ ਉਹ ਫਿਰ ਫ੍ਰੀ ਦੇ ਵਿੱਚ ਘੁੰਮਦੇ ਨੇ। ਹਾਂ ਨਹੀਂ, ਕੋਵਾਸ਼ੀਲਡ ਦਾ ਨਾਮ ਹੈ ਉਹਦਾ। ਮੈਂ ਤੁਹਾਨੂੰ ਦੱਸ ਰਿਹਾ ਕਿ ਵੈਕਸੀਨ ਤੁਸੀਂ ਲਵਾਓ, ਤੁਹਾਨੂੰ ਸ਼ੀਲਡ ਦੇਗੀ ਅਪ ਟਿਲ ਸਰਟਨ ਇੱਕ ਲੈਵਲ ਤੱਕ, ਜ਼ਿਆਦਾ ਲੈਵਲ ਤੱਕ ਨਹੀਂ ਦੇਗੀ, ਠੀਕ ਹੈ ਨਾ। ਤੇ ਤੁਸੀਂ ਕੋਵਿਸ਼ੀਲਡ ਲਾ ਕੇ ਆਪਣਾ ਪਰਹੇਜ਼ ਰੱਖਣਾ ਹੈ, ਖਾਣ ਪੀਣ ਠੀਕ ਰੱਖਣਾ ਹੈ, ਬਾਹਰ ਜੰਕ ਫੂਡ ਘਟਾਓ, ਮੋਟਾਪੇ ਘਟਾਓ, ਐਂਟੀਆਕਸੀਡੈਂਟਸ ਖਾਓ, ਤੇ ਜਿਹੜੇ ਆਪਣੇ ਰੰਗ ਬਿਰੰਗੇ ਵੈਜੀਟੇਬਲਸ ਨੇ ਇਹ ਖਾਓ, ਐਕਸਰਸਾਈਜ਼ ਕਰੋ, ਚੰਗੀ ਨੀਂਦ ਲਵੋ, ਇਹ ਸਭ ਚੀਜ਼ਾਂ ਕਰੋ ਤੇ ਫਿਰ ਸਭ ਸੈੱਟ ਹੈ। ਸਰ ਅਖੀਰ ਤੇ ਕਿੰਨੇ ਕੁ ਪੇਸ਼ੈਂਟਾਂ ਦੀ ਆਮਦ ਵਧੀ ਹੈ ਇਸੇ ਚੱਕਰ ਦੇ ਵਿੱਚ? ਇੱਕ ਲੋਕਾਂ ਦੇ ਵਿੱਚ ਪਹਿਲਾਂ ਤਾਂ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋ ਗਿਆ ਸੀ, ਹੁਣ ਉਹੀ ਫੇਰ ਪੈਨਿਕ ਕ੍ਰੀਏਟ ਹੁੰਦਾ ਜਾ ਰਿਹਾ। ਤੁਹਾਡੇ ਕੋਲ ਆਉਣ ਦਾ ਕਾਰਨ ਵੀ ਇਹੀ ਸੀਗਾ ਕਿ ਲੋਕਾਂ ਦੇ ਵਿੱਚ ਪੈਨਿਕ ਨਹੀਂ, ਸਗੋਂ ਉਹਨਾਂ ਦੇ ਵਿੱਚ ਜਾਗਰੂਕਤਾ ਆਵੇ ਵੀ ਬਿਮਾਰੀ ਹੈ ਕੀ ਹੈ, ਬਚਣਾ ਕਿਵੇਂ। ਤੁਸੀਂ ਸਾਰੀਆਂ ਚੀਜ਼ਾਂ ਦੱਸਦੀਆਂ। ਹੁਣ ਕਿੰਨੇ ਕੁ ਪੇਸ਼ੈਂਟਾਂ ਦੀ ਆਮਦ ਹੋ ਰਹੀ ਹੈ ਜਿਨ੍ਹਾਂ ਨੂੰ ਇਦਾਂ ਦੀਆਂ ਮਾਈਲਡ ਬਿਮਾਰੀਆਂ ਹੈਗੀਆਂ ਨੇ, ਜਾਂ ਉਹ ਲੱਗਦਾ ਕਿ ਕਰੋਨਾ ਦੇ ਸਿੰਪਟਮਸ ਹੋ ਸਕਦੇ ਆ, ਤੇ ਤੁਸੀਂ ਕੀ ਸੁਝਾਅ ਦਿੰਦੇ ਹੋ? ਦੇਖੋ, ਜਿਹੜੇ ਲੋਕਾਂ ਨੂੰ ਨਾਰਮਲ ਖਾਂਸੀ ਜ਼ੁਕਾਮ ਹੋ ਰਿਹਾ ਹੈ, ਉਹਨਾਂ ਦੀ ਆਕਸੀਜਨ ਜਿਹੜੀ ਹੈਗੀ ਆ, ਆਕਸੀਮੀਟਰ ਦੇਖੋ ਤੁਸੀਂ ਲੈ ਲਓ, 600 ਰੁਪਏ ਦਾ ਮਿਲਦਾ ਹੈ, ਸਸਤਾ ਕੰਮ ਹੈ, ਉਹ ਤੁਸੀਂ ਲੈ ਲਓ। ਤੇ ਆਕਸੀਮੀਟਰ ਲੈ ਕੇ ਅਗਰ 95 ਤੋਂ ਥੱਲੇ ਨਹੀਂ ਆਕਸੀਜਨ ਜਾਂਦੀ, ਉਹ ਆਰਾਮ ਨਾਲ ਘਰ ਬਹਿ ਕੇ ਕੁਆਰੰਟਾਈਨ ਹੋ ਜਾਣ, ਠੀਕ ਹੈ। ਉਹ 15 ਦਿਨ ਲਈ ਕੁਆਰੰਟਾਈਨ ਹੋ ਜਾਣ। ਚੈੱਕ ਚੁੱਕ ਕਰਾਉਣ ਦੀ ਮੇਰੇ ਹਿਸਾਬ ਨਾਲ ਕੋਈ ਲੋੜ ਨਹੀਂ ਹੈ, ਕਿਉਂਕਿ ਉਹ ਏਸਿਮਟੋਮੈਟਿਕ ਹੈ। ਪੋਜ਼ਿਟਿਵ ਹੋ ਵੀ ਗਏ ਤਾਂ ਵੀ ਉਹੀ ਟ੍ਰੀਟਮੈਂਟ ਹੈ, ਨਾ ਹੋਏ ਤਾਂ ਵੀ ਉਹੀ ਟ੍ਰੀਟਮੈਂਟ ਹੈ। ਹਾਂ, ਜਿਨ੍ਹਾਂ ਦੀ ਆਕਸੀਜਨ ਲੈਵਲ ਥੱਲੇ ਜਾ ਰਿਹਾ ਹੈ, 92 ਤੇ ਜਾ ਰਿਹਾ ਹੈ, 91 ਤੇ ਜਾ ਰਿਹਾ ਹੈ, ਉਹ ਆਪਣਾ ਟੈਸਟ ਕਰਾ ਕੇ ਤੇ ਆਪਣੇ ਡਾਕਟਰ ਦੇ ਨਾਲ, ਆਪਣੇ ਹਸਪੀਟਲ ਦੇ ਨਾਲ ਕੰਸਰਨ ਕਰਨ। ਬਾਕੀ ਜਿਹੜੀ ਇਹਦੀ ਅਵੇਅਰਨੈਸ ਦੀ ਜਿਹੜੀ ਗੱਲ ਹੈਗੀ ਹੈ, ਇਹ ਸਾਨੂੰ, ਇਹ ਦੇਖੋ, ਇਹ ਕਰੋਨਾ ਨੂੰ ਸਾਨੂੰ ਆਪਣੇ ਨਾਲ ਰੱਖਣਾ ਪੈ ਰਿਹਾ ਹੈ। ਇਹ ਸਾਡੀ ਮਜਬੂਰੀ ਹੋ ਗਈ ਹੈ, ਜਾਣ ਵਾਲਾ ਨਹੀਂ ਹੈ, ਇਹ ਤਾਂ ਪੱਕੀ ਗੱਲ ਹੈ। 1.5 ਸਾਲ ਹੋ ਗਏ, ਜਾਣ ਵਾਲਾ ਨਹੀਂ ਹੈ, ਤੇ ਇਹ ਅੱਗੇ ਵੀ ਸਾਡੇ ਨਾਲ ਹੀ ਰਹੇਗਾ, ਹਾਲੇ ਲੱਗ ਜਾਏਗਾ। ਤੇ ਅਸੀਂ ਇਹਨੂੰ ਯੂਜ਼ ਟੂ ਹੋਣਾ ਹੈ। ਕਿਸ ਤਰ੍ਹਾਂ ਯੂਜ਼ ਟੂ ਹੋਣਾ ਹੈ? ਆਪਣਾ ਖਾਣ ਪੀਣ ਠੀਕ ਕਰਕੇ, ਡਾਈਟ ਠੀਕ ਕਰਕੇ, ਐਕਸਰਸਾਈਜ਼ ਕਰਕੇ, ਚੰਗੇ ਪਿਆ ਸੋ ਕੇ, ਹਾਈਜੀਨ ਲੈਵਲ ਬਣਾ ਕੇ, ਜਿਹੜੀ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਉਹਨੂੰ ਮੰਨ ਕੇ, ਤੇ ਆਪਾਂ ਉਸ ਹਿਸਾਬ ਨਾਲ ਚੱਲਣਾ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ। ਥੈਂਕ ਯੂ। ਸੋ ਤਮਾਮ ਗੱਲਾਂ ਦੀ ਚਰਚਾ, ਬਹੁਤ ਸਾਰੇ ਸਵਾਲ, ਬਹੁਤ ਸਾਰੇ ਤੋਖਲੇ ਲੋਕਾਂ ਦੇ ਵਿੱਚ ਸੀਗੇ, ਬਹੁਤ ਸਾਰੀਆਂ ਭਰਮ ਆਪਾਂ ਕਹਿ ਸਕਦੇ ਹਾਂ, ਜਾਂ ਬਹੁਤ ਸਾਰੀਆਂ ਖਬਰਾਂ ਲੋਕਾਂ ਤੱਕ ਅਜਿਹੀਆਂ ਪਹੁੰਚ ਰਹੀਆਂ ਸੀ ਜਿਹੜੀਆਂ ਉਹਨਾਂ ਦੇ ਸਵਾਲ ਜ਼ਿਹਨ ਦੇ ਵਿੱਚ ਬਹੁਤ ਸਾਰੇ ਪੈਦਾ ਕਰ ਰਹੀਆਂ ਸੀ ਕਿ ਆਖਿਰਕਾਰ ਇਹ ਬਿਮਾਰੀ, ਜਿਹੜੇ ਹੁਣ ਹਾਲਾਤ ਬਣਦੇ ਜਾ ਰਹੇ ਨੇ, ਕਿੰਨੀ ਗੰਭੀਰ ਹੈਗੀ ਆ। ਡਾਕਟਰ ਸਾਹਿਬ ਨੇ ਸਾਫ਼ ਤੌਰ ਤੇ ਬੜੀ ਬਰੀਕੀ ਦੇ ਨਾਲ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਕਿ ਬਿਮਾਰੀ ਗੰਭੀਰ ਹੈਗੀ ਹੈ। ਸਭ ਤੋਂ ਚੰਗੀ ਗੱਲ ਇਹੀ ਹੈ ਕਿ ਅਸੀਂ ਜਿੰਨੀ ਸਾਵਧਾਨੀ ਵਰਤੀਏ ਉਨਾ ਚੰਗਾ ਹੋਵੇਗਾ, ਪਰ ਨਾਲ ਦੀ ਨਾਲ ਸਰਕਾਰੀ ਤੌਰ ਤੇ ਜਿਹੜੀਆਂ ਅਣਗਹਿਲੀਆਂ ਹੋ ਰਹੀਆਂ ਉਹ ਵੀ ਤੁਹਾਡੇ ਸਾਹਮਣੇ ਹੈ, ਪਰ ਨਾਲ ਦੀ ਨਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਲੋਕਾਂ ਦੀ ਆਪਣੀ ਵੀ ਬਣਦੀ ਹੈ ਕਿ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝ ਕੇ ਇਸ ਦੇ ਨਾਲ ਰਹਿਣ ਦੀ ਆਦਤ ਪਾਉਣੀ ਪਵੇਗੀ ਮਜਬੂਰੀ ਵਾਸਤੇ। ਉਸ ਦੇ ਚੱਲਦੇ ਸਾਨੂੰ ਸਾਵਧਾਨੀਆਂ ਵਰਤਣੀਆਂ ਹੀ ਪੈਣਗੀਆਂ ਤਾਂ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਫਿਲਹਾਲ ਤਮਾਮ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਸਾਹਿਬ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡੇ ਆਲੇ ਦੁਆਲੇ ਕਰੋਨਾ ਨੂੰ ਲੈ ਕੇ ਕਿਹੋ ਜਿਹੇ ਹਾਲਾਤ ਨੇ, ਕਿਹੜੀਆਂ ਦਿੱਕਤਾਂ ਨੇ, ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਫਿਲਹਾਲ ਤੁਹਾਡੇ ਤੋਂ ਆਗੇ ਲੈਂਦੇ ਹਾਂ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।